ਇੱਥੇ ਬੱਚੇ ਮਹਿੰਗਾਈ ਨਾਲ ਤੇ ਅੱਗ ਲਾੜੀ ਆ ਨਾ ਸਮੋਸੇ ਨੇ ਗੈਸ ਸਾਡੀ ਮਹਿੰਗੀ ਹੈ ਤੁਹਾਡਾ ਲੱਥੇ ਵਜੇ ਤੁਹਾਡਾ ਰੇ ਕੱਖ ਚੱਲਣਾ ਨਾ ਚੋਰ ਆ ਜਨਾਬ। ਆ ਜਿਹੜੇ ਗੰਜੇ ਨੇ, ਆ ਜਿਹੜੇ ਗੰਜੇ ਇਹ ਚੋਰ ਨੇ। ਇਮਾਨਦਾਰ ਉਹਨਾਂ ਨੂੰ ਇਹਨਾਂ ਨੇ ਅੰਦਰ ਦੇ ਖੜੇ ਦਾ कि वो कारण की ये तो इब्तदा है, इंतहा देखते हैं। पंजाब को चाहिए कि हमें को सब्सिडीज दे। हमारे कारोबार का तो सत्यानाश हो गया यहाँ पे। अभी आप अंदाजा लगा लो कि आधा किलो या 1 किलो बलियां हम लगा रहे हैं और ये हाल है कि रात को 9 बजे तक खड़े रहते हैं। सबसे ज्यादा मुतासर सफेद पोश। ਇਹ ਕਵਾਂਗਾ ਕਿ ਜਿਹੜੀ ਹਕੂਮਤ ਆਈ ਹੈ ਨਾ ਇਹ ਪੱਕੇ ਚੋਰ ਨੇ। ਆਨਾ ਪਿਆ ਹਕੂਮਤ ਨੂੰ ਜ਼ਕਾਤ ਲੱਗਦੀ ਡੋਨੇਟ ਕਰੋ। ਇਲੈਕਸ਼ਨਾਂ ਤੋਂ ਪਹਿਲਾਂ ਵੇਖ ਲਓ ਤੁਸੀਂ ਇੱਕ ਦੂਜੇ ਦੀ ਮਾਂ ਭੈਣ ਕਰਨ ਡਿਆ ਹੁਣ ਚੋਰ ਕੁੱਤੀ ਨਾਲ ਹੀ ਇਕੱਠੇ ਰਲ ਗਏ ਨੇ। ਕਿ ਰਿਕੁਐਸਟ ਹੈ ਆਵਾਮ ਅੱਗੇ ਕਿ ਇਹਨਾਂ ਨੂੰ ਕੋਈ 10-10 20-20 ਦਿਆ ਕਰੋ ਰੋਜ਼। मैं हूं आपका होस्ट एबी रहमान, आप देख रहे हैं पॉजिटिव पाकिस्तान। नाज़रीन, आज हम मौजूद हैं तहसील शकरगढ़ के नवाही गांव ईसा चौक में। महंगाई ने जो है वो आम आदमी से लेके बड़े से बड़े दुकानदार को भी मुतासर किया है। इसी हवाले से हम लोगों से बात करते हैं, लोगों से इसी के मतलब जानते हैं उनका कारोबार है उसके ऊपर महंगाई ने कितना असरअंदाज किया है। चलते हैं आवाम की तरफ। आज एक दुकानदार मौजूद हैं जिन्होंने जो है वो रेडी यानी कि छाबड़ी लगाई हुई है। उनसे बात करते हैं कि उनके कारोबार के ऊपर महंगाई ने कितना असरअंदाज किया है। अस्सलाम वालेकुम। ਵਾਲੇਕੁਮ ਸਲਾਮ महंगाई ने ਤੁਹਾਡੇ ਕਾਰੋਬਾਰ ਤੇ ਕਿੰਨਾ ਕੁ असरअंदाज ਹੋਇਆ? ਬਹੁਤ ਜ਼ਿਆਦਾ ਹੋ ਗਿਆ ਯਾਨੀ ਕਿ ਬਹੁਤ ਮਾਲ ਪਿੱਛੋਂ ਬਹੁਤ ਮਾਲ ਮਹਿੰਗਾ ਅੱਗੇ ਸਸਤਾ ਮੰਗਦੇ ਨੇ ਯਾਨੀ ਕਿ ਤੁਸੀਂ ਮਹਿੰਗਾ ਨਹੀਂ ਵੇਚਦੇ, ਅਸੀਂ ਮਹਿੰਗਾ ਨਹੀਂ ਵੇਚਦੇ ਆ ਤੁਸੀਂ रेट लिस्ट के मुताबिक बेचते हैं। ਬਿਲਕੁਲ ਰੇਟ ਲਿਸਟ ਦੇ ਮੁਤਾਬਿਕ बात करते हैं कि महंगाई ने उनकी जिंदगी के ऊपर या उनके हवाले से किस कदर असरअंदाज हुआ। अस्सलाम वालेकुम। ਵਾਲੇਕੁਮ ਸਲਾਮ। ਇਹ ਚੋਰ ਨੇ, ਠੀਕ ਆ ਨਾ। ਤੁਹਾਡੀ ਹਕੂਮਤ ਚੋਰ ਆ ਜਨਾਬ। ਆ ਜਿਹੜੇ ਗੰਜੇ ਨੇ, ਆ ਜਿਹੜੇ ਗੰਜੇ ਇਹ ਚੋਰ ਨੇ, ਠੀਕ ਆ ਨਾ। ਇਹ ਜਿਹੜਾ ਬੰਦਾ ਹੀ ਇਮਾਨਦਾਰ ਉਹਨਾਂ ਨੂੰ ਇਹਨਾਂ ਨੇ ਅੰਦਰ ਦੇ ਖੜੇ ਦਾ। ਉਹ ਇਮਾਨਦਾਰ ਬੰਦਾ ਕਿਹੜਾ ਹੈ? ਇਮਰਾਨ ਖਾਨ ਇਮਾਨਦਾਰ ਹੀ ਕੀ ਸੀ? ਅੱਛਾ, ਯਾਨੀ ਕਿ ਇਮਰਾਨ ਖਾਨ ਇਮਾਨਦਾਰ ਹੈ, ਬਾਕੀ ਸਾਰੇ ਚੋਰ ਨੇ। ਚੋਰ ਹੀ ਨੇ ਚੁਕੋਣਾ। ਤੁਸੀਂ ਸਮਝਦੇ ਹੋ ਕਿ ਇਮਰਾਨ ਖਾਨ ਦੇ ਆਉਣ ਨਾਲ ਮਹਿੰਗਾਈ ਘੱਟ ਹੋ ਜਾਏਗੀ? ਅਜੇ ਹੁਣ ਇਹਨਾਂ ਨੇ ਲੋਟੀ ਲਿਆ, ਖਜ਼ਾਨੇ ਖਾਲੀ ਕਰ ਛੜੇ ਦਾ ਸਾਰਾ। ਤੇ ਹੁਣ ਉਹਨੇ ਵੀ ਤੇ ਮੁਲਕ ਸੈੱਟ ਕਰਨਾ ਨਾ ਫਿਰ ਆ ਕੇ। ਤੇ ਇਹ ਬਾਕੀ ਸਾਰੇ ਕਹਿੰਦੇ ਨੇ ਕਿ ਮਹਿੰਗਾਈ ਇਮਰਾਨ ਖਾਨ ਜਦੋਂ ਆਇਆ ਸੀ ਉਦੋਂ ਹੋਈ। ਮਹਿੰਗਾਈ ਕਿਹੜੀ 150 ਰੁਪਏ ਲੀਟਰ ਪੈਟਰੋਲ ਛੱਡ ਕੇ ਗਿਆ, ਉਹਨਾਂ ਨੇ ਇਹ 300 ਰੁਪਏ ਕਰ ਛੜਿਆ। ਇਹ ਹੁਣ 350 ਤੱਕ ਜਾਣਾ ਹੈ। ਤੇ ਫਿਰ ਇਹੀ ਨੇ ਆ ਉਹਨਾਂ ਨੂੰ IMF ਕਹਿ ਰਿਹਾ ਕਿ ਟੈਕਸ ਲਾਓ। ਲਾਂ ਉਹ ਚੋਰ ਨੇ ਆ, ਸਾਰੇ ਰਲ ਕੇ ਖਾਂਦੇ ਪਏ ਨੇ ਮੁਲਕ। हमारे साथ एक और दोस्त मौजूद हैं, उनसे पूछते हैं कि महंगाई ने इनकी ज़िंदगी के ऊपर क्या असरअंदाज हुई है और महंगाई ने ओवरऑल कितने फीसद लोगों को जो है वो मुतासर किया है। अस्सलाम वालेकुम। वालेकुम सलाम जी, क्या हाल चाल है। पहले नंबर पे तो मैं आपको सलाम पेश करता हूँ जिन्होंने जनाब इतना टाइम निकाल के और अपना न्यूज़ जो पॉजिटिव पाकिस्तान का न्यूज़ है, हर खबर हर न्यूज़ अपने आवाम तक पहुँचाते हैं। थैंक यू सो मच, आने का शुक्रिया जनाब। ईसा चौक में तहसील शकरगढ़ में जी जनाब। जनाब महंगाई बड़ी है, जी आम आदमी तो लैके यानी कि हर बंदा ही परेशान है। बिल्कुल बिल्कुल मोस्टली ਜਿਹੜੇ ਨੇ ਸਫੇਦ ਪੋਸ਼ ਪਰੇਸ਼ਾਨ ਨੇ। ਤੁਸੀਂ ਇਹਦਾ ਮਤਲਬ ਯਾਨੀ ਕਿ ਦੇਖੋ ਬਾਜ਼ਾਰ ਅਸੀਂ ਮੇਨ ਬਾਜ਼ਾਰ 'ਚ ਖੜੇ ਹਾਂ, ਜੀ ਠੀਕ ਹੈ, ਤੇ ਰਸ਼ ਜਿਹੜਾ ਕੋਈ ਐਡਾ ਹੈ ਨਹੀਂ ਹੈ ਬਿਲਕੁਲ। ਤੇ ਇਸ ਦੇ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ? ਜੀ ਸਭ ਤੋਂ ਪਹਿਲੇ ਤੇ ਭਾਈਜਾਨ ਇਹ ਕਵਾਂਗੇ ਕਿ ਜਿਹੜਾ ਅਮੀਰ ਹੈ ਉਹ ਅਮੀਰ ਹੈ, ਜਿਹੜਾ ਗਰੀਬ ਹੈ ਉਹ ਗਰੀਬ ਬਹੁਤ ਜ਼ਿਆਦਾ ਗਰੀਬ ਹੋ ਚੁੱਕਿਆ ਹੈ। ਤੇ ਜਿਹੜੀ ਮਹਿੰਗਾਈ ਦੀ ਗੱਲ ਕਰਦੇ ਹੋ, ਮਹਿੰਗਾਈ ਜਨਾਬ ਤੁਸੀਂ ਜਿਹੜੀ ਚੀਜ਼ 10 ਰੁਪਏ ਦੀ ਉਹ 30 ਰੁਪਏ ਦੀ ਹੋ ਗਈ ਦੀ ਹੈ, ਠੀਕ ਹੈ ਜੀ। ਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਜਨਾਬ ਜਦੋਂ ਹੁਕੂਮਤ ਆਏਗੀ ਹਰ ਚੀਜ਼ ਤੁਹਾਨੂੰ ਪੈਟਰੋਲ ਵਗੈਰਾ ਹਰ ਚੀਜ਼ ਤੁਹਾਨੂੰ ਸਸਤੀ ਮਿਲੇਗੀ। ਤੇ ਆਇਆ ਕਿ ਕੋਈ ਚੀਜ਼ ਵੀ ਆਵਾਮ ਨੂੰ ਕੋਈ ਸਸਤੀ ਨਹੀਂ ਨਜ਼ਰ ਆਈ। ਜਿਹੜਾ ਉਹਨਾਂ ਨੇ ਪੈਕੇਜ ਦਿੱਤਾ ਸੀ ਉਹ ਵੀ ਗਰੀਬ ਦੀ ਆਵਾਮ ਤੱਕ ਨਹੀਂ ਪ੍ਰੋਪਰ ਪਹੁੰਚ ਸਕਿਆ, ਠੀਕ ਹੈ ਜੀ। ਤੇ ਜਿਹੜੀ ਗਰੀਬ ਨੇ ਉਹ ਬਿਲਕੁਲ ਗਰੀਬ ਨੇ, ਕਿਉਂ ਭਾਜੀ ਉਹ ਕਰਨ ਕੀ, ਇੱਕ ਚੀਜ਼ ਜਿਹੜੀ ਉਹ ਡਬਲ ਹੋ ਗਈ ਦੀ ਹੈ ਤੇ ਆਵਾਮ ਤੋਂ ਪਹੁੰਚ ਤਾਂ ਬਹੁਤ ਜ਼ਿਆਦਾ ਜਿਹੜਾ ਨਾ ਮੁਸ਼ਕਿਲ ਹੋ ਗਈ ਹੈ। ਗਰੀਬ ਬੰਦਾ ਜਿਹੜਾ ਨਾ ਉਹ ਗਰੀਬੀ ਦੀ ਵੀ ਚੱਕੀ ਦੇ ਪਿੱਛੇ ਜਾ ਰਿਹਾ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਜ਼ਿੰਮੇਦਾਰ ਹਕੂਮਤ ਹੈ ਜਾਂ ਉਹ ਤਾਜਰ ਨੇ ਜਿਹੜੀ ਚੀਜ਼ਾਂ ਜ਼ਖੀਰਾ ਕਰ ਲੈਂਦੇ ਨੇ ਫਿਰ ਇੰਤਜ਼ਾਰ ਕਰਦੇ ਨੇ ਕਿ ਚੀਜ਼ ਉਸ ਮਾਰਕੀਟ 'ਚੋਂ ਸ਼ਾਰਟ ਹੋ ਜਾਏ ਤੇ ਅਸੀਂ ਉਹਨੂੰ ਮਹਿੰਗਾ ਕਰਕੇ ਵੇਚੀਏ? ਨਹੀਂ ਇਹ ਵੀ ਬਿਲਕੁਲ ਤੁਹਾਡਾ ਜਿਹੜਾ ਕੁਐਸਚਨ ਕੀਤਾ ਇਹ ਵੀ ਬਿਲਕੁਲ ਠੀਕ ਹੈ। ਇਹਦੇ 'ਚ ਆਵਾਮ ਦਾ ਤੇ ਜਿਹੜਾ ਨਾ ਇਹ ਤਾਜਰਾਂ ਦੇ ਵੀ ਕਸੂਰ ਆ ਔਰ ਹਕੂਮਤ ਨੂੰ ਇਹਨਾਂ ਚੀਜ਼ਾਂ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਹਕੂਮਤ ਨੂੰ ਵੀ ਸੋਚਣਾ ਚਾਹੀਦਾ ਕਿ ਗਰੀਬ ਆਵਾਮ ਇਹ ਜਿਹੜੀ ਚੀਜ਼ ਲੈਣ ਜਾ ਰਹੀ ਹੈ ਇਹਦੀ ਅਸ਼ੀਆ ਦੀ ਜਿਹੜੀ ਕੀਮਤ ਹੈ ਮਾਰਕੀਟ 'ਚ ਕੀ ਹੈ ਤੇ ਅੱਗੇ ਕੀ ਦੇ ਰਹੇ ਨੇ। ਤੇ ਇਹਦਾ ਮਾਮਲਾ ਤੇ ਜਿਹੜਾ ਨਾ ਹਕੂਮਤ ਵੀ ਹੈ ਤੇ ਤਾਜਰ ਵੀ ਹੈ ਨਾ। ਤਾਜਰ ਵੀ ਜਿਹੜਾ ਨਾ ਗਰੀਬ ਉਹ ਵੀ ਵਿਚਾਰੇ ਕੀ ਕਰਨ, ਚੀਜ਼ ਉਹਨਾਂ ਨੂੰ ਅਗਰ ਮਿਲਦੀ ਪਈ ਹੈ ਤਾਂ ਆਪਣੇ ਫਾਇਦੇ ਵਾਸਤੇ ਆਪਣੀ ਇਹ ਘਰ ਦੇ ਰੋਜ਼ਗਾਰ ਨੂੰ ਚਲਾਉਣ ਵਾਸਤੇ ਉਹ ਵੀ ਡਬਲ ਕਰਕੇ ਵੇਚ ਛੱਡਦੇ ਨੇ। ਲੇਕਿਨ ਇਹ ਕਿ ਹਕੂਮਤ ਨੂੰ ਸੋਚਣਾ ਚਾਹੀਦਾ, ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੂੰ ਸੋਚਣਾ ਚਾਹੀਦਾ, ਸ਼ੇਰ ਨੂੰ ਸੋਚਣਾ ਚਾਹੀਦਾ ਕਿ ਜਿਨ੍ਹਾਂ ਨੇ ਇਹ ਰਾਤ ਦਿਨ ਕਿਹਾ ਸੀ ਜਨਾਬ
जब आएगा नवाज तो बचाएगा मुल्क पाकिस्तान, तब मुल्क बचाना मरियम ने है और शहबाज शरीफ ने बचाना मुल्क ने। देखो कि इंशाल्लाह ये तो इब्तदा शुरू हुई है, ये तो आस्ता आस्ता को की होएगा, ये तो हुण अल्लाह ही जानदा जी। ये तो इब्तदा है, इंतहा देखते हैं क्या होता है। ये थे माजिद भाई जो कि कह रहे हैं कि जब आएगा नवाज तो बचाएगा मुल्क, तो मुल्क तो अभी बचाया नहीं जा रहा, महंगाई की चक्की में आवाम पिस रही है। चलते हैं, आइए नाज़रीन एक और दुकानदार से बात करते हैं, उनसे पूछते हैं कि महंगाई ने उनके कारोबार के ऊपर क्या से असरअंदाज हुई है। अस्सलाम वालेकुम जी वालेकुम अस्सलाम। देखिए बाजार घूम के आए कि इतनी गहमा गहमी नहीं है, तो महंगाई ने आपके कारोबार के ऊपर कितना असरअंदाज हुई है? सर काफ़ी ज़्यादा असरअंदाज हुआ है, क्योंकि अभी महंगाई इतनी ज़्यादा है कि गरीब आवाम तो बिल्कुल मर रही है। देखिए इनको तो गवर्नमेंट ऑफ पंजाब को चाहिए कि हमें को सब्सिडीज़ दे या हमारे लिए कोई अच्छा करे। बाद गैस महंगी हो रही है, अभी देखिए इसका सारा असर किन पे पड़ रहा है? सिर्फ गरीब आवाम पे पड़ रहा है सर। तो मैं तो इनसे गुजारिश करूँगा कि चलें कुछ ना कुछ हमें दें, रिलीफ दें, कुछ हमारा भी कुछ बने। ज़िली इंतज़ामिया मुतहरक हो जाती है, यानी कि आए रोज़ कभी तहसीलदार आ जाता है, कभी और मजिस्ट्रेट आ जाता है, कभी कोई आ जाता है, तो इसके मतलब आप क्या कहते हैं? सर ये तो बिल्कुल ज़्यादती है, काम हो ना तो फिर और बात होती है। ऐसे अगर आप देखें कि तकरीबन दिन ब दिन जो महंगाई है बिल्कुल अरूज पर जा रही है, और गरीब आवाम ने कहाँ से कमाना है सर? अगर देखें, आप खुद देखें, ये मेन चौक है बिल्कुल खाली पड़ा हुआ है। अगर देखें कि आके फिर नाजायज़ है ना, किसी भी फ्रूट वाले को या किसी किसी को भी नाजायज़ तंग करना, ये काम ना होना, इसकी वजह काफ़ी असरअंदाज पड़ते हैं इन पे। अब चलते हैं हम एक और भाई जिन्होंने दही भल्ले लगाए हैं, उनसे बात करते हैं कि उनकी ज़िंदगी के ऊपर या उनके कारोबार के ऊपर महंगाई ने कैसे असरअंदाज हुई है। अस्सलाम वालेकुम। जी वालेकुम अस्सलाम। सर कैसे हैं आप? अल्लाह का शुक्र है, अल्हम्दुलिल्लाह। महंगाई ने आपके कारोबार के ऊपर क्या असरअंदाज की है? वजह ना हमारे कारोबार का तो सत्यानाश हो गया यहाँ पे। अभी आप अंदाज़ा लगा लो कि आधा किलो या 1 किलो बलियाँ हम लगा रहे हैं, और ये हाल है कि रात को 9 बजे तक खड़े रहते हैं यहाँ पे। महंगाई ने जो है ना आम आदमी को बिल्कुल निचोड़ दिया, ख़त्म कर दिया है। हमारे हुक्मरान जो हैं वो अपना आप सीधा कर रहे हैं, आवाम का कभी नहीं सोच रहे। यहाँ पे महंगाई इतनी ज़्यादा कर चुके हैं दुकानदार, सब्ज़ी, फ्रूट, छोटे-छोटे मसाले, घी हो गया, बहुत ज़्यादा महँगा कर दिया है ये। इन लोगों ने आज तक मैंने कोई कमेटी नहीं देखी, हमारे इलाके में कोई कमेटी आती हो चेकिंग के लिए। हर बंदे का अपना रेट है। महंगाई जो है ना वो अरूज पे है। यहाँ पे ज़िली इंतज़ामिया गाहे बगाहे आती रहती है, वो आके जो है जुर्माने भी करती है। जुर्माने करती है वो, अपनी अपनी जो है ना कच्ची पर्ची जो होती है ना वो काटती है, अपनी जेब भारी करती है, बस चली जाती है। पीछे कोई रिस्पॉन्स नहीं है। आगे कोई रिपोर्ट भेजेगा तो फिर ये आगे महंगाई पे कंट्रोल होगा, वो कंट्रोल देते ही नहीं है पीछे आगे। उन्होंने कभी खबर भेजी नहीं पीछे। ये हमारे साथ ये देखें जी, अवाम महंगाई की कितनी ज़्यादा सताई हुई है, हर बंदा तंग है और सबसे ज़्यादा मुतासर सफ़ेद पोश हैं। इसी के साथ हम किसी और दुकानदार की तरफ चलते हैं, उनसे उनके तासरात लेते हैं। हमारे साथ एक और दुकानदार हैं जिन्होंने समोसे की दुकान लगाई हुई है। महंगाई के मतलब उनसे बात करते हैं कि उनके कारोबार के ऊपर महंगाई ने कितना असरअंदाज किया है, वो महंगाई से कितने मुतासर हैं। ਨਾ ਸਾਡੀ ਇੱਥੇ ਬੱਚੇ ਮਹਿੰਗਾਈ ਨਾਲ ਤੇ ਅੱਗ ਲਾ ਹੜੀ ਆ, ਨਾ ਸਮੋਸੇ ਨਾ ਬਗੈਰ ਸਾਡੀ ਮਹਿੰਗੀ ਹੈ। ਤੁਹਾਡਾ ਲੱਥੇ ਵਜੇ ਤੁਹਾਡਾ ਰੇ ਕੱਖ ਚੱਲਣਾ, ਤੁਹਾਡਾ ਦੁਨੀਆ ਦਾ ਉੱਤਰ ਨਵੇਂ ਜਾਣ। ਉੱਤਰ ਵੱਡੇ ਵੱਡੇ ਲੋਕ ਖਾਂਦੇ ਢਿੱਡ ਭਰਦੇ, ਸਕੂਲੇ 10 12 ਮੇਰੇ ਜਾਣੇ ਪੜਦੇ ਨੇ ਹੈ, 12 ਸਾਲ ਕਰਦੇ ਨੇ ਤੇ ਤੁਹਾਡਾ ਠੇ ਕਰਕੇ ਲਾ ਸਾਡਾ ਉੱਤਰ ਖੋਈ ਮਾਰਿਆ। ਮੈਂ ਸਮੋਸੇ ਨਾਲ ਮੇਰੀ ਪੂਰੀ ਨਹੀਂ ਪੈਂਦੀ, ਕਰਾਂ ਕੀ? ਤੁਹਾਡਾ ਠੇ ਹੋ ਜਾ, ਖਾਣਾ ਕੁਚੀ ਹੋ ਜਾ, और तेरे महंगाई करने वाले मार दो कि साथ एक और रेडीबान मौजूद हैं जिन्होंने गोलगप्पे लगाए हुए हैं। चलते हैं और उनसे बात करते हैं कि महंगाई ने उनके कारोबार के ऊपर कितना असर डाला है, महंगाई उनके कारोबार के ऊपर कितनी असरअंदाज हुई है। अस्सलाम वालेकुम। वालेकुम सलाम जी। सर कैसे हैं आप? अल्हम्दुलिल्लाह, अल्लाह दा शुक्र है, तक ते जिंदे पे आ, बात दा पता कोई नहीं। महंगाई पहले ही बहुत ज्यादा है, इस महंगाई ने ਤੁਹਾਡੇ ਕਾਰੋਬਾਰ ਉੱਤੇ ਤੁਹਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਅਸਰਅੰਦਾਜ਼ ਹੋਈ ਹੈ? मैं तो यह कहांगा कि ਜਿਹੜੀ हुकूमत आई है ना, ये पक्के चोर ने। ਇਹ ਅਗਰ ਗਿਨਾਲ ਦਾ ਚਾਹਨ ਤੇ ਪਾਕਿਸਤਾਨ ਦਾ ਕਰਜ਼ਾ ਲਾ ਸਕਦੇ ਨੇ, ਇੱਕ ਬੰਦਾ ਹੀ ਮੁਖਲਸ ਬਣ ਕੇ ਪਾਕਿਸਤਾਨ ਦਾ ਕਰਜ਼ਾ ਲਾ ਸਕਦਾ ਹੈ। ਲੇਕਿਨ ਮੇਰੀ 27 ਸਾਲ ਉਮਰ ਦੇ ਵਿੱਚ ਤਿੰਨ ਚੀਜ਼ਾਂ ਹੀ ਵਾਧੀਆਂ ਆਈਆਂ ਨੇ, ਇੱਕ ਤੇ ਮਹਿੰਗਾਈ, ਦੂਜਾ ਗੁਰਬਤ ਤੇ ਤੀਜੇ ਬਾਲ। ਇਸ ਤੋਂ ਇਲਾਵਾ ਕੁਝ ਵੀ ਨਹੀਂ ਵਧਿਆ। ਤੇ ਜ਼ਰਦਾਰੀ ਸਾਹਿਬ ਜਿਹੜੇ ਸਦਰ ਬਣੇ ਨੇ, ਇਹਨਾਂ ਨੂੰ ਵਾਹਵਾ ਲੁੱਟਣ ਦੀ ਜਾਚ ਹੈ, ਤੇ ਉਹ ਜਨਾਨੇ ਤੇ ਸਾਡੀ ਘੁੰਮਤ ਹੈ। ਬਲਾਵਲ ਸਾਹਿਬ ਜਿਨ੍ਹਾਂ ਨੂੰ ਬੋਲਣ ਦਾ ਹੀ ਨਹੀਂ ਪਤਾ, ਤੇ ਆਂਟੀ ਮਰੀਮ, ਇਹਨਾਂ ਨੂੰ ਕੁਝ ਵੀ ਹੋਈਏ ਇਹਨਾਂ ਜਾ ਕੇ ਕਿਨਾਲ ਦਾ ਲੰਦਨ ਹੀ ਇਲਾਜ ਕਰਾਉਣਾ। ਉਹ ਜਿਹੜਾ ਮੁਖਲਸ ਸੀ ਉਹ ਵਿਚਾਰਾ ਅੰਦਰ ਫਸਿਆ ਪਿਆ। ਸਾਡੀ ਹੁਕੂਮਤ ਦਾ ਇਹ ਇਲਾਜ। देखो जो साढ़े मुल्क का अलमिया है कि जरदारी 12 साल जेल च रह चुके हैं, लेकिन वो सदरे पाकिस्तान हुन भी सदर है, इस तो पहले भी रह चुके। ਤੇ ਉਹ ਚੋਰ ਹੈ ਤੇ ਫਿਰ ਉਹਨੇ ਰਹਿਣਾ ਹੀ ਰਹਿਣਾ। ਚੋਰ ਜਿਹੜਾ ਬੰਦਾ ਆਂਦੇ ਨੇ ਕਿ ਮੁਖਲਸ ਬੰਦੇ ਦੀ ਕੋਈ ਜ਼ਿੰਦਗੀ ਨਹੀਂ, ਜਿਹੜਾ ਚੋਰ ਹੈ ਉਹਦੀ ਜ਼ਿੰਦਗੀ ਹੈ।
ਮੁਖਲਸ ਨੂੰ ਤੇ ਤਾਨੇ ਮੀਨੇ ਮਾਰ ਜਾਂਦੇ ਨੇ, ਵਿਚਾਰਾ ਸ਼ਰਮ ਨਾਲ ਪਿੱਛੇ ਹਟ ਜਾਂਦਾ। ਹੁਣ ਵੇ ਸਬਜ਼ੀਆਂ ਰੁਲਣ ਡਈਆਂ ਨੇ, ਉਹਨਾਂ ਨੂੰ ਪਤਾ ਕਿ ਸਬਜ਼ੀ ਕਿਸੇ ਨੇ ਪੁੱਛਣੀ ਕੋਈ ਨਹੀਂ, ਤੇ ਫਲਾਂ ਦੇ ਰੇਟ ਵੇਖ ਲਓ ਤੁਸੀਂ, ਖਰਬੂਜ਼ਾ 250 ਰੁਪਏ, ਸਟ੍ਰਾਬੇਰੀ 300 ਰੁਪਏ, ਇਹ ਰੇਟ ਨੇ। ਲੇਕਿਨ ਆਵਾਮ ਬੜੀ ਜ਼ਲੀਲ ਹੋਣ ਡਈ ਹੈ। ਉਹ ਤੁਸੀਂ ਐਡੇ ਹੀ ਮੁਖਲਸ ਹੋ, ਉਹ ਸ਼ਰਮ ਦੇ ਮਾਰਿਓ, ਗੈਰਤ ਆਉਂਦੀ ਤੁਹਾਨੂੰ। ਤੇ ਇੱਕ ਬੰਦਾ ਹੀ, ਮੈਂ ਆਨਾ ਕਿ ਨਵਾਜ਼ ਸ਼ਰੀਫ ਵੀ ਜਿਹੜਾ ਨਾ ਆਪਣਾ ਫਲੈਟ ਵੇਚ ਕੇ ਨਾ ਪਾਕਿਸਤਾਨ ਦਾ ਕਰਜ਼ਾ ਲਾ ਲੈਂਦਾ, ਪਰ ਇਹਨਾਂ 'ਚ ਇੰਨੀ ਤਵੱਕੋ ਨਹੀਂ। ਇਹਨਾਂ ਨੂੰ ਸਿਰਫ ਇਹ ਵੇ ਕਿ ਅੱਗੋਂ ਲੁੱਟਣਾ ਹੈ। ਇਹਨਾਂ ਕੋਲ ਵਿਚਾਰਿਆਂ ਕੋਲ ਬਥੇਰੀ ਕਮੀ, ਇਹਨਾਂ ਨੂੰ ਜ਼ਕਾਤ ਲੱਗਦੀ। ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ, ਆਵਾਮ ਨੂੰ ਇਹਨਾਂ ਨੂੰ ਦੇਣੀ ਚਾਹੀਦੀ, ਡੋਨੇਟ ਕਰਨੀ ਚਾਹੀਦੀ। ਇਹ ਭੁੱਖੀ ਘੁੰਮਤ ਹੈ ਤੇ ਬਾਕੀ ਇਹਨਾਂ ਨੂੰ ਸ਼ਰਮ ਨਹੀਂ ਆਉਣੀ। ਮੈਂ ਆਨਾ ਪਿਆ ਇਹ ਘੁੰਮਤ ਨੂੰ ਜ਼ਕਾਤ ਲੱਗਦੀ। ਇਹ ਗਰੀਬ ਨੇ ਵਿਚਾਰੇ, ਸਾਰੇ ਮੁਲਕ ਅੱਗੇ ਮੇਰੀ ਇਹ ਅਰਜ਼ ਹੈ ਕਿ ਤੁਹਾਡੀ ਮਿਹਰਬਾਨੀ ਇਹਨਾਂ ਨੂੰ ਡੋਨੇਟ ਕਰੋ, ਇਹਨਾਂ ਨੂੰ ਲੱਗਦੀ ਇਹਨਾਂ ਨੂੰ ਦਿਆ ਕਰੋ। ਇਹ ਤੇ ਇੱਕ ਦਿਨ ਵੀ ਕਿਨਾਲ ਦਾ ਜੇਲ੍ਹ ਟੁਰ ਜਾਂਦੇ, ਇਹਨਾਂ ਨੂੰ ਕਿਨਾਲ ਦਾ ਹੈਜ਼ਾ ਹੋ ਜਾਂਦਾ, ਕੋਈ ਬਿਮਾਰੀ ਹੋ ਜਾਂਦੀ, ਬਾਹਰ ਟੁਰ ਜਾਂਦੇ ਨੇ। ਉਹ ਵਿਚਾਰਾ ਵੇਖ ਲਓ ਜਿਹੜਾ ਮੁਗਲਸ ਦੇ ਅੰਦਰ ਫਸਿਆ। ਸਾਡੀ ਆਵਾਮ ਇਸ ਕਾਬਲ ਹੈ ਕਿ ਇਹਨਾਂ ਨਾਲ ਇੰਝ ਹੀ ਹੋਣਾ ਚਾਹੀਦਾ ਹੈ। 40 दिन हो गया ਉਹਨੂੰ ਅੰਦਰ, ਲੇਕਿਨ ਅਜੇ ਤੱਕ ਬਿਮਾਰ ਕੋਈ ਨਹੀਂ ਹੋਇਆ। ਹਾਂ, ਤੇ ਉਹਨੂੰ ਆਂਦੇ ਹਨ ਨਾ ਕਿ ਤੂੰ ਨਹਾਸ ਜਾ। ਉਹਨੇ ਕਿਹਾ ਨਹੀਂ, ਇਹ ਪਾਕਿਸਤਾਨ ਮੇਰਾ ਘਰ ਹੈ, ਤੇ ਵਾਕਈ ਉਹ ਸੱਚਾ ਹੈ, ਉਹ ਝੂਠਾ ਨਹੀਂ ਹੈ, ਉਹ ਸੱਚਾ ਹੈ। ਰਲ ਮਿਲ ਕੇ ਅਗਰ ਇਹ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਵੇਖ ਲਓ ਤੁਸੀਂ, ਇੱਕ ਦੂਜੇ ਦੀ ਮਾਂ ਭੈਣ ਕਰਨ ਡੇ ਹਨ। ਹੁਣ ਚੋਰ ਕੁੱਤੀ ਨਾਲ ਹੀ ਇਕੱਠੇ ਰਲ ਗਏ ਨੇ ਤੇ ਲੁੱਟਣ ਦਾ ਤਰੀਕਾ ਬਣਾਇਆ ਇਹਨਾਂ ਨੂੰ। ਇਹਨਾਂ ਨੂੰ ਲੁੱਟਣ ਦੀ ਵਾਹਵਾ ਜਾਚ ਵਿਚਾਰਿਆਂ ਨੂੰ। ਤੇ ਇਹਨਾਂ ਨੂੰ ਵੈਸੇ ਵੀ ਜ਼ਕਾਤ ਲੱਗਦੀ ਹੈ, ਦਿਆ ਕਰੋ। ਮੇਰੀ ਖਸੂਸੀ ਤੌਰ ਤੇ ਤੁਹਾਡੇ ਅੱਗੇ ਰਿਕੁਐਸਟ ਹੈ ਆਵਾਮ ਅੱਗੇ ਕਿ ਇਹਨਾਂ ਨੂੰ ਕੋਈ 10-10 20-20 ਦਿਆ ਕਰੋ ਰੋਜ਼। ਇਹ ਵਿਚਾਰੇ ਅਮੀਰ ਹੋ ਜਾਣ, ਅਸੀਂ ਤੇ ਬਹੁਤੇ ਅਮੀਰ ਆ। जी ये भाई कह रहे थे अवाम दे के रिक्वेस्ट है कि जेड़ा ना इन्हों ज़कात दिया करो। इसलिए हमको भी चाहिए कि जब लिस्टें तैयार की जाएं तो स्टेक होल्डर को साथ शामिल किया जाए, ताकि जो है वो दुकानदार और ज़िली इंतज़ामिया के दरमियान जो है वो तजाद पैदा ना हो। ज़िली इंतज़ामिया जो है वो यहाँ पे आके मन मर्जी के जो है वो जुर्माने लगाती है और अब मौजें करती है। इसी के साथ अपने मेज़बानी बिरहमान को इजाज़त दीजिएगा। मिलते हैं नेक्स्ट वीडियो में। वीडियो अच्छी लगे तो लाइक और शेयर भी कीजिएगा और प्यारा सा कमेंट भी कीजिएगा। इसी के साथ अपने मेज़बानी बिरहमान को इजाज़त दीजिएगा। अल्लाह हाफिज़।